ਮਾਰਕੀਟ ਚਾਹੇ ਕ੍ਰਿਪਟੋ ਕਰੰਸੀ ਦੀ ਹੈ ਜਾਂ ਸਟਾਕ ਮਾਰਕੀਟ ਹੈ ਜਾਂ ਹੋਰ ਵੀ ਕੋਈ ਬਾਜ਼ਾਰ ਹੈ, ਸਾਰੇ ਦੀ ਸਾਰੀ ਜਿਹੜੀ ਮਾਰਕੀਟਸ ਹੈਗੀਆਂ ਨੇ ਸਭ ਕ੍ਰੈਸ਼ 'ਚ ਚੱਲ ਰਹੀਆਂ ਨੇ। ਤੇ ਇਸ ਕ੍ਰੈਸ਼ ਦੀ ਮਾਰਕੀਟ ਦੇ ਅੰਦਰ ਅਗਰ ਮੈਂ ਖਾਸ ਕ੍ਰਿਪਟੋ ਦੇ ਬਾਰੇ ਗੱਲ ਕਰਾਂ ਤੇ ਜਦ ਕ੍ਰਿਪਟੋ ਦੀ ਮਾਰਕੀਟ ਕ੍ਰੈਸ਼ ਹੈ ਤੇ ਜਿਹੜੇ ਇਨਵੈਸਟਰਸ ਹੈਗੇ ਨੇ ਉਹ ਕਾਫੀ ਟੈਨਸ਼ਨ 'ਚ ਆ ਜਾਂਦੇ ਨੇ ਕਿ ਹੁਣ ਸਾਨੂੰ ਕੀ ਕਰਨਾ ਹੈ, ਤੇ ਉਹਦੇ ਵਿੱਚ ਉਹ ਕਾਫੀ ਸਾਰੀ ਗਲਤੀਆਂ ਕਰ ਦਿੰਦੇ ਨੇ, ਜਿਹਦਾ ਕਰਕੇ ਜੋ ਮਾਰਕੀਟ ਦੇ ਅੰਦਰ ਵੈਸੇ ਹੀ ਕ੍ਰਿਪਟੋ ਦੀ ਜੋ ਮਾਰਕੀਟ ਹੈਗੀ ਹੈ, ਜੋ ਪੋਰਟਫੋਲੀਓ ਤੁਹਾਡਾ ਡਿਕਰੀਜ਼ 'ਚ ਹੈ, ਲੇਕਿਨ ਤੁਸੀਂ ਕੁਝ ਸਟੈਪ ਹੋਰ ਗਲਤ ਲੈ ਲਓਗੇ ਜਿਹਦੇ ਨਾਲ ਜੋ ਤੁਹਾਡੀ ਵੈਲਿਊ ਹੈਗੀ ਹੈ ਉਹ ਹੋਰ ਘਟਦੀ ਜਾਏਗੀ। ਤੇ ਸਾਨੂੰ ਕੀ ਸਟੈਪ ਚੱਕਣੇ ਚਾਹੀਦੇ ਨੇ ਔਰ ਕੀ ਸਟੈਪ ਨਹੀਂ ਚੱਕਣੇ ਚਾਹੀਦੇ, ਅੱਜ ਦੀ ਜਿਹੜੀ ਮੇਰੀ ਵੀਡੀਓ ਹੈਗੀ ਹੈ ਉਹ ਉਹਦੇ ਉੱਤੇ ਹੈ ਕਿ ਜਦ ਮਾਰਕੀਟ ਕ੍ਰੈਸ਼ 'ਚ ਜਾ ਰਹੀ ਹੈ ਤਾਂ ਉਹਦੇ ਲਈ ਸਾਨੂੰ ਜਾਂ ਐਜ਼ ਅ ਇਨਵੈਸਟਰ ਸਾਨੂੰ ਕੀ ਕਰਨਾ ਚਾਹੀਦਾ ਹੈ। ਸਭ ਤੋਂ ਪਹਿਲੇ ਮੈਂ ਗੱਲ ਕਰਦਾ ਹਾਂ, ਜੋ ਸਭ ਤੋਂ ਪਹਿਲਾ ਸਟੈਪ ਹੈਗਾ ਸਾਡਾ ਉਹ ਹੈਗਾ ਸ਼ਾਂਤ ਰਹਿਣਾ। ਸਾਨੂੰ ਸ਼ਾਂਤ ਰਹਿਣਾ ਆਉਣਾ ਚਾਹੀਦਾ ਹੈ। ਕ੍ਰਿਪਟੋ ਕਰੰਸੀ ਦੀ ਜੋ ਮਾਰਕੀਟ ਹੈਗੀ ਹੈ ਇਹ ਅਨਸਟੇਬਲ ਰਹਿੰਦੀ ਹੈ, ਇਹ ਇੱਕਦਮ ਕਾਫੀ ਪ੍ਰੋਫਿਟ 'ਚ ਚਲੀ ਜਾਂਦੀ ਹੈ ਔਰ ਕਾਫੀ ਲੋਸ 'ਚ ਵੀ ਚਲੀ ਜਾਂਦੀ ਹੈ। ਤੇ ਜੋ ਸਾਡਾ ਪਹਿਲਾ ਸਟੈਪ ਹੋਣਾ ਚਾਹੀਦਾ ਉਹ ਇਹ ਹੋਣਾ ਚਾਹੀਦਾ ਹੈ ਕਿ ਅਸੀਂ ਸ਼ਾਂਤ ਰਹੀਏ। ਚਾਹੇ ਸਾਡਾ ਜੋ ਕ੍ਰਿਪਟੋ ਦਾ ਜੋ ਪੋਰਟਫੋਲੀਓ ਹੈ ਉਹ ਕਾਫੀ ਵੱਡਾ ਹੋਏ, ਮਤਲਬ ਲੱਖਾਂ ਦੀ ਇਨਵੈਸਟਮੈਂਟ ਹੋਏ, ਕਰੋੜਾਂ ਦੀ ਇਨਵੈਸਟਮੈਂਟ ਹੋਏ, ਚਾਹੇ ਉਹ ਕਾਫੀ ਛੋਟਾ ਹੋਏ, ਹਜ਼ਾਰਾਂ ਦੀ ਇਨਵੈਸਟਮੈਂਟ ਹੋਏ, ਤੁਸੀਂ ਜੋ ਵੀ ਡਿਸੀਜ਼ਨ ਲੈਣਾ ਹੈ ਉਹ ਸ਼ਾਂਤ ਹੋ ਕੇ ਡਿਸੀਜ਼ਨ ਲੈਣਾ ਹੈ ਕਿ ਮਾਰਕੀਟ ਨੂੰ ਦੇਖਦੇ ਹੋਏ ਕਿ ਤੁਸੀਂ ਕੀ ਕ੍ਰਿਪਟੋ ਕਰੰਸੀਜ਼ ਜੋ ਤੁਸੀਂ ਲਿੱਤੀ ਹੋਈਆਂ ਨੇ, ਕਿ ਜੋ ਤੁਸੀਂ ਕ੍ਰਿਪਟੋ ਕਰੰਸੀਆਂ ਲਿੱਤੀਆਂ ਹੋਈਆਂ ਨੇ ਉਹਨਾਂ ਦੇ ਨਾਲ ਕੀ ਕਰਨਾ ਹੈ। ਤੇ ਜੋ ਪਹਿਲਾ ਸਟੈਪ ਹੈਗਾ ਉਹ ਸਾਡਾ ਇਹੀ ਰਹਿਣਾ ਚਾਹੀਦਾ ਹੈ ਕਿ ਅਸੀਂ ਸ਼ਾਂਤ ਰਹਿਣਾ ਹੈ, ਠੰਡੇ ਰਹਿਣਾ ਹੈ ਔਰ ਠੰਡੇ ਦਿਮਾਗ ਦੇ ਨਾਲ ਡਿਸੀਜ਼ਨ ਲੈਣਾ। ਅਗਲਾ ਜੋ ਤੁਹਾਡਾ ਸਟੈਪ ਹੈਗਾ ਉਹ ਇਹ ਹੈਗਾ ਕਿ ਤੁਹਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜੋ ਕ੍ਰਿਪਟੋ ਕਰੰਸੀ ਦੀ ਮਾਰਕੀਟ ਹੈਗੀ ਹੈ ਉਹ ਅਨਸਟੇਬਲ ਹੁੰਦੀ ਹੈ ਔਰ ਉਹ ਜਿੰਨੀ ਜਲਦੀ ਲਾਸ ਦਿੰਦੀ ਹੈ ਉਨੀ ਹੀ ਜਲਦੀ ਪ੍ਰੋਫਿਟ ਵੀ ਦੇ ਸਕਦੀ ਹੈ। ਤੇ ਤੁਸੀਂ ਜਦ ਇਹਦੇ ਅੰਦਰ ਇਨਵੈਸਟ ਕੀਤਾ ਸੀਗਾ ਤੇ ਤੁਸੀਂ ਪ੍ਰੋਫਿਟ ਕਮਾਉਣ ਦੇ ਲਈ ਇਨਵੈਸਟ ਕੀਤਾ ਸੀ, ਲਾਸ ਦੇ ਲਈ ਨਹੀਂ। ਤੇ ਤੁਸੀਂ ਇਹ ਚੀਜ਼ ਧਿਆਨ ਰੱਖਣੀ ਹੈ ਕਿ ਇਹ ਜੋ ਮਾਰਕੀਟ ਹੈਗੀ ਹੈ ਹੁਣੇ ਲਾਸ 'ਚ ਗਈ ਹੈ, ਆਉਣ ਵਾਲੇ ਕੁਝ ਟਾਈਮ ਦੇ ਅੰਦਰ 2 ਮਹੀਨੇ 6 ਮਹੀਨੇ 7 ਮਹੀਨੇ ਦੇ ਬਾਅਦ ਇਹ ਜੋ ਮਾਰਕੀਟ ਹੈਗੀ ਹੈ ਦੁਬਾਰਾ ਤੁਹਾਨੂੰ ਪ੍ਰੋਫਿਟ ਦੇਗੀ, ਦੁਬਾਰਾ ਜੋ ਤੁਹਾਡਾ ਪੋਰਟਫੋਲੀਓ ਹੈ ਉਹ ਤੁਹਾਨੂੰ ਪ੍ਰੋਫਿਟੇਬਲ ਨਜ਼ਰ ਆਏਗਾ। ਤੇ ਇਹ ਚੀਜ਼ ਹਮੇਸ਼ਾ ਦਿਮਾਗ 'ਚ ਰੱਖਣੀ ਹੈ ਕਿ ਇਹ ਮਾਰਕੀਟ ਅਨਸਟੇਬਲ ਹੈ, ਇਹ ਮਾਰਕੀਟ ਇੱਦਾਂ ਹੀ ਨਹੀਂ ਰਹੇਗੀ ਜਿਵੇਂ ਹੁਣੇ ਕ੍ਰੈਸ਼ ਹੋਈ ਹੈ ਤੇ ਇੱਦਾਂ ਹੀ ਰਹੇਗੀ ਹੁਣ ਸਾਰੀ ਜ਼ਿੰਦਗੀ, ਇੱਦਾਂ ਨਹੀਂ ਰਹੇਗੀ। ਤੁਹਾਨੂੰ ਇਹ ਚੀਜ਼ ਹਮੇਸ਼ਾ ਆਪਣੇ ਦਿਮਾਗ 'ਚ ਰੱਖਣੀ ਹੈ। ਹੁਣ ਮੈਂ ਗੱਲ ਕਰਦਾ ਅਗਲੇ ਸਟੈਪ ਦੀ। ਅਗਲਾ ਜੋ ਸਟੈਪ ਹੈਗਾ ਇਹ ਕਾਫੀ ਗਲਤੀ ਲੋਕ ਕਰ ਜਾਂਦੇ ਨੇ, ਇਹ ਤੁਸੀਂ ਗਲਤੀ ਨਹੀਂ ਕਰਨੀ ਹੈ। ਉਹ ਜੋ ਗਲਤੀ ਹੈਗੀ ਉਹਨੂੰ ਕਹਿੰਦੇ ਨੇ ਪੈਨਿਕ ਸੈਲਿੰਗ, ਮਤਲਬ ਡਰ ਕੇ ਆਪਣੀ ਜੋ ਕ੍ਰਿਪਟੋ ਕਰੰਸੀਜ਼ ਹੈਗੀਆਂ ਨੇ, ਆਪਣੀ ਜੋ ਇਨਵੈਸਟਮੈਂਟਸ ਹੈਗੀਆਂ ਨੇ ਉਹਨਾਂ ਨੂੰ ਵੇਚ ਦੇ। ਇਹ ਇਨਵੈਸਟਰ ਦਾ ਇੱਕ ਨੇਚਰ ਰਹਿੰਦਾ ਹੈ, ਜਦ ਵੀ ਉਹ ਦੇਖਦਾ ਹੈ ਕਿ ਉਹਦੀ ਜੋ ਇਨਵੈਸਟਮੈਂਟ ਹੈਗੀ ਹੈ ਉਹ ਲਾਸ ਦੀ ਤਰਫ ਜਾ ਰਹੀ ਹੈ ਤੇ ਉਹ ਜਲਦਬਾਜ਼ੀ ਦੇ ਅੰਦਰ ਕੀ ਕਰਦਾ ਹੈ, ਆਪਣੀ ਜੋ ਕਰੰਸੀਜ਼ ਹੈਗੀਆਂ ਨੇ, ਜੋ ਆਪਣੀ ਇਨਵੈਸਟਮੈਂਟ ਹੈਗੀ ਹੈ ਉਹਨੂੰ ਵੇਚ ਦਿੰਦਾ ਹੈ। ਉਹਦੇ ਨਾਲ ਕੀ ਹੁੰਦਾ ਹੈ ਕਿ ਜੋ ਉਹਦਾ ਇੱਕ ਪ੍ਰੋਫਿਟ ਸੀਗਾ ਉਹ ਤੇ ਉਹਨੂੰ ਨਹੀਂ ਮਿਲਦਾ, ਲੇਕਿਨ ਜੋ ਉਹਨੇ ਪੈਸੇ ਲਗਾਏ ਹੁੰਦੇ ਨੇ ਉਹ ਕਦੀ ਉਹਨੂੰ ਉਹ ਵੀ ਗਵਾਉਣੇ ਪੈਂਦੇ ਨੇ। ਤੇ ਇਸ ਕਰਕੇ ਮੈਂ ਇਹ ਕਹਾਂਗਾ ਕਿ ਤੁਸੀਂ ਪੈਨਿਕ ਸੈਲਿੰਗ ਨਾ ਕਰਨਾ ਔਰ ਤੁਸੀਂ ਕੋਈ ਵੀ ਆਪਣੀ ਜੋ ਕ੍ਰਿਪਟੋ ਕਰੰਸੀ ਹੈਗੀ ਹੈ ਉਹਨੂੰ ਘਬਰਾ ਕੇ ਜਾਂ ਡਰ ਦੇ ਅੰਦਰ ਆ ਕੇ ਕਿ ਮਾਰਕੀਟ ਡਿੱਗ ਗਈ ਹੈ ਵੇਚਣਾ ਨਾ। ਜੋ ਅਗਲਾ ਸਟੈਪ ਹੈਗਾ ਤੁਹਾਨੂੰ ਥੋੜਾ ਅਜੀਬ ਲੱਗੇਗਾ, ਲੇਕਿਨ ਇਹ ਜੋ ਸਟੈਪ ਹੈਗਾ ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਸਟੈਪ ਹੈਗਾ ਜਿਹਨੂੰ ਅਸੀਂ ਕਹਿੰਦੇ ਹਾਂ ਬਾਇੰਗ ਦਾ ਡਿਪ। ਮਤਲਬ ਇਹਦੇ ਅੰਦਰ ਕੁਝ ਕ੍ਰਿਪਟੋ ਕਰੰਸੀਆਂ ਜਿਨ੍ਹਾਂ ਦੇ ਜੋ ਪ੍ਰਾਈਸ ਸੀਗੇ ਉਹ ਕਾਫੀ ਹਾਈ ਰਹਿੰਦੇ ਸੀਗੇ, ਉਹ ਕ੍ਰੈਸ਼ ਦੇ ਕਾਰਨ ਉਹਨਾਂ ਦੇ ਜੋ ਪ੍ਰਾਈਸ ਹੈਗੇ ਨੇ ਕਾਫੀ ਲੋ ਆ ਗਏ ਹੋਣਗੇ ਔਰ ਕਾਫੀ ਫੇਵਰੇਟ ਕੋਇਨਸ ਰਹੇ ਹੋਣਗੇ ਉਹ ਤੁਹਾਡੇ ਕਿ ਤੁਸੀਂ ਚਾਹੁੰਦੇ ਹੋਗੇ ਉਹਨੂੰ ਪਰਚੇਸ ਕਰਨਾ, ਲੇਕਿਨ ਪ੍ਰਾਈਸ ਹਾਈ ਦੇ ਕਰਕੇ ਤੁਸੀਂ ਨਹੀਂ ਪਰਚੇਸ ਕਰ ਪਾਏ ਹੋਗੇ। ਤੇ ਇਹ ਜੋ ਡਿਪ ਹੈਗਾ ਇਹਦੇ ਅੰਦਰ ਤੁਸੀਂ ਫਾਇਦਾ ਚੁੱਕ ਸਕਦੇ ਹੋ, ਉਹ ਕੋਇਨ ਪਰਚੇਸ ਕਰ ਸਕਦੇ ਹੋ ਔਰ ਉਹ ਆਉਣ ਵਾਲੇ ਟਾਈਮ ਦੇ ਅੰਦਰ ਤੁਹਾਨੂੰ ਅੱਛਾ ਪ੍ਰੋਫਿਟ ਦੇ ਸਕਦੇ ਨੇ। ਤੇ ਇਹ ਵਾਲਾ ਜੋ ਸਟੈਪ ਹੈਗਾ ਇਹਨੂੰ ਤੁਸੀਂ ਯਾਦ ਰੱਖਣਾ ਹੈ। ਤੁਸੀਂ ਅਗਰ ਕ੍ਰਿਪਟੋ ਦੇ ਅੰਦਰ ਇਨਵੈਸਟ ਕਰਨਾ ਚਾਹੁੰਦੇ ਹੋ, ਆਪਣੇ ਫੇਵਰੇਟ ਟੋਕਨ ਪਰਚੇਸ ਕਰਨਾ ਚਾਹੁੰਦੇ ਹੋ, ਤੇ ਥੋੜੀ ਜਿਹੀ ਰਿਸਰਚ ਕਰੋ ਕਿ ਉਹਦਾ ਜੋ ਪ੍ਰਾਈਸ ਹੈਗਾ ਉਹ ਡਿੱਗਿਆ ਜਾਂ ਨਹੀਂ ਡਿੱਗਿਆ, ਜਾਂ ਤੁਸੀਂ ਕਿੱਥੇ ਤੱਕ ਉਹਨੂੰ ਪਰਚੇਸ ਕਰ ਸਕਦੇ ਹੋ। ਅਗਰ ਉਹਦਾ ਪ੍ਰਾਈਸ ਉੱਥੇ ਤੱਕ ਡਾਊਨ ਆ ਗਿਆ ਜਿੱਥੇ ਤੱਕ ਤੁਸੀਂ ਉਹਨੂੰ ਪਰਚੇਸ ਕਰਨਾ ਚਾਹੁੰਦੇ ਸੀ, ਤੇ ਇਹ ਟਾਈਮ ਹੈਗਾ ਤੁਹਾਡੇ ਲਈ ਉਹਨੂੰ ਪਰਚੇਸ ਕਰਨ ਦਾ। ਜੋ ਅਗਲਾ ਸਟੈਪ ਹੈਗਾ ਉਹਨੂੰ ਮੈਂ ਕਹਾਂਗਾ ਕਿ ਸਿਚੁਏਸ਼ਨ ਨੂੰ ਸਮਝਣਾ। ਮਤਲਬ ਤੁਸੀਂ ਜੋ ਸਿਚੁਏਸ਼ਨ ਚੱਲ ਰਹੀ ਹੈ ਮਾਰਕੀਟ ਦੀ ਉਹਨੂੰ ਸਮਝ ਕੇ ਤੁਸੀਂ ਡਿਸੀਜ਼ਨ ਲੈਣਾ ਹੈ। ਤੁਸੀਂ ਉਹਦੇ ਅੰਦਰ ਇਹ ਸਮਝਣਾ ਹੈ ਕਿ ਜਦ ਤੁਸੀਂ ਇਨਵੈਸਟ ਕੀਤਾ ਸੀਗਾ ਤਦ ਕ੍ਰਿਪਟੋ ਦੇ ਕੀ ਪ੍ਰਾਈਸ ਸੀਗੇ ਔਰ ਜਦ ਉਹਦੇ ਅੰਦਰ ਤੁਸੀਂ ਪ੍ਰੋਫਿਟ ਬੁੱਕ ਕੀਤਾ ਤਾਂ ਉਹਦਾ ਪ੍ਰਾਈਸ ਕੀ ਹੋ ਗਿਆ ਔਰ ਅੱਜ ਦੇ ਟਾਈਮ ਦੇ ਅੰਦਰ ਉਹਦਾ ਪ੍ਰਾਈਸ ਕੀ ਹੈ। ਤੇ ਜੋ ਤੁਹਾਡੀ ਇਨੀਸ਼ੀਅਲੀ ਇਨਵੈਸਟਮੈਂਟ ਸੀਗੀ, ਜੋ ਇਨੀਸ਼ੀਅਲੀ ਸਟੇਜ ਤੇ ਤੁਸੀਂ ਇਨਵੈਸਟਮੈਂਟ ਕੀਤੀ ਸੀਗੀ, ਕੀ ਉਹ ਉਸ ਤੋਂ ਵੀ ਡਾਊਨ ਆ ਗਈ ਹੈ ਜਾਂ ਸਿਰਫ ਤੁਹਾਡਾ ਜੋ ਪ੍ਰੋਫਿਟ ਹੈਗਾ ਉਹ ਡਿੱਗਿਆ। ਮਤਲਬ ਅਗਰ ਮੈਂ ਐਗਜ਼ਾਮਪਲ ਦੇ ਨਾਲ ਦੱਸਾਂ ਜਿਵੇਂ 2020 ਦੇ ਵਿੱਚ ਜੋ ਬਿਟਕੋਇਨ ਸੀਗਾ ਉਹਦੀ ਵੈਲਿਊ 3.5 ਲੱਖ 4 ਲੱਖ 5 ਲੱਖ ਸੀਗੀ। ਉਸ ਟਾਈਮ ਤੇ 2020 ਚ ਜਿਨ੍ਹਾਂ ਨੇ ਬਿਟਕੋਇਨ ਨੂੰ ਪਰਚੇਸ ਕੀਤਾ, 2021 ਦੇ ਅੰਦਰ ਇਹਦੀ ਵੈਲਿਊ 30 ਲੱਖ 35 ਲੱਖ ਤੱਕ ਚਲੇ ਗਈ।
और मैं 2022 ਦੀ ਵੀ ਗੱਲ ਕਰਾਂ ਕ੍ਰੈਸ਼ ਦੇ ਬਾਅਦ ਵੀ ਇਹਦੀ ਜੋ ਵੈਲਿਊ ਹੈਗੀ ਹੈ ਉਹ 22 ਲੱਖ 24 ਲੱਖ ਹੈਗੀ ਹੈ ਤੇ ਜਿੰਨੇ 2020 ਚ 3-4 ਲੱਖ ਚ ਲਿੱਤਾ ਸੀਗਾ ਉਹ ਤੇ ਅੱਜ ਵੀ ਪ੍ਰੋਫਿਟ ਦੇ ਅੰਦਰ ਹੈਗਾ ਹੈ ਤੇ ਉਹਨੂੰ ਕ੍ਰੈਸ਼ ਦੇ ਨਾਲ ਪੈਨਿਕ ਕਰਨ ਦੀ ਜਾਂ ਡਰਨ ਦੀ ਕੀ ਲੋੜ ਹੈਗੀ ਹੈ ਕਿਉਂਕਿ ਜੋ ਤੂੰ ਇਨੀਸ਼ੀਅਲੀ ਜੋ ਤੁਸੀਂ ਇਨਵੈਸਟ ਕੀਤਾ ਸੀਗਾ ਉਹ ਤੇ ਤੁਹਾਡਾ ਹੱਲੇ ਵੀ ਸੇਫ ਹੈ ਸਿਰਫ ਤੁਹਾਡਾ ਪ੍ਰੋਫਿਟ ਮਾਰਜਨ ਘੱਟ ਹੋਇਆ ਤੇ ਇਹ ਸਮਝਣਾ ਵੀ ਬਹੁਤ ਜ਼ਰੂਰੀ ਹੈਗਾ ਕਿ ਤੁਹਾਡਾ ਜੋ ਪੋਰਟਫੋਲੀਓ ਹੈ ਤੁਸੀਂ ਜੋ ਹੈਗੇ ਹੋ ਕਿ ਤੁਸੀਂ ਕਿਸ ਸਿਚੁਏਸ਼ਨ ਤੇ ਖੜੇ ਹੋ ਔਰ ਤੁਹਾਡਾ ਡਰਨਾ ਲਾਜ਼ਮੀ ਹੈ ਵੀ ਜਾਂ ਨਹੀਂ ਹੈ। ਹੁਣ ਮੈਂ ਅਗਲੇ ਸਟੈਪ ਦੀ ਗੱਲ ਕਰਦਾ। ਅਗਲਾ ਸਟੈਪ ਜੋ ਹੈਗਾ ਉਹ ਇਹ ਹੈਗਾ ਕਿ ਤੁਹਾਨੂੰ ਸਮਝਣਾ ਚਾਹੀਦਾ ਹੈ ਕਿ ਇਹ ਜੋ ਕ੍ਰਿਪਟੋ ਕਰੰਸੀ ਦੀ ਜੋ ਮਾਰਕੀਟ ਹੈਗੀ ਹੈ ਉਹ ਡਾਊਨਫਾਲ ਦੀ ਤਰਫ ਕਿਉਂ ਜਾ ਰਹੀ ਹੈ। ਕੋਈ ਨਵਾਂ ਕੋਵਿਡ ਦਾ ਵੇਰੀਐਂਟ ਆਇਆ ਉਹਦੇ ਵਜ੍ਹਾ ਨਾਲ ਜਾ ਰਹੀ ਹੈ ਜਾਂ ਆਲ ਓਵਰ ਵਰਲਡ ਜੋ ਰਿਸੈਸ਼ਨ ਚੱਲ ਰਿਹਾ ਹੈ ਉਹਦੇ ਲਈ ਜਾ ਰਹੀ ਹੈ ਤੇ ਥੋੜਾ ਜਿਹਾ ਤੁਹਾਨੂੰ ਵੀ ਰਿਸਰਚ ਕਰਨਾ ਚਾਹੀਦਾ ਹੈ ਕਿ ਇਹ ਜੋ ਮਾਰਕੀਟ ਹੈਗੀ ਹੈ ਡਾਊਨ ਕਿਉਂ ਜਾ ਰਹੀ ਹੈ ਔਰ ਇਹਦੇ ਫਿਊਚਰ ਦੇ ਪ੍ਰੋਸਪੈਕਟਸ ਕੀ ਹੈਗੇ ਨੇ ਕਿ ਆਉਣ ਵਾਲੇ ਟਾਈਮ ਦੇ ਅੰਦਰ ਫਿਊਚਰ 'ਚ ਇਹ ਵਧੇਗਾ ਜਾਂ ਨਹੀਂ ਵਧੇਗਾ ਤੇ ਇਹ ਵੀ ਤੁਹਾਨੂੰ ਥੋੜਾ ਜਿਹਾ ਇਹਦੇ 'ਤੇ ਰਿਸਰਚ ਕਰਨ ਦੀ ਲੋੜ ਹੈ। ਅਗਰ ਤੁਸੀਂ ਸੇਫ ਖੇਲਣਾ ਚਾਹੁੰਦੇ ਹੋ ਔਰ ਤੁਹਾਨੂੰ ਇਹ ਲੱਗਦਾ ਹੈ ਕਿ ਫਿਊਚਰ ਦੇ ਅੰਦਰ ਜੋ ਇਹਦੀ ਮਾਰਕੀਟ ਹੈਗੀ ਹੈ ਉਹ ਹੋਰ ਜ਼ਿਆਦਾ ਕ੍ਰੈਸ਼ 'ਚ ਚਲੀ ਜਾਏਗੀ ਜੋ ਤੁਸੀਂ ਇਨੀਸ਼ੀਅਲੀ ਇਨਵੈਸਟ ਕੀਤਾ ਸੀ ਉਹ ਵੀ ਤੁਹਾਡੇ ਲੋਸ 'ਚ ਚਲੇ ਜਾਣਗੇ ਤੇ ਤੁਸੀਂ ਸੇਫ ਪਲੇ ਕਰ ਸਕਦੇ ਹੋ। ਹੁਣੇ ਜਿੰਨੇ ਲੋਸ ਮਿਲ ਰਹੇ ਨੇ ਤੁਸੀਂ ਉਹ ਲੋਸ 'ਚ ਸਾਰੀ ਕ੍ਰਿਪਟੋ ਕਰੰਸੀ ਵੇਚ ਕੇ ਇੱਕ ਸੇਫ ਪਲੇ ਕਰ ਸਕਦੇ ਹੋ। लेकिन अगर ਤੁਹਾਨੂੰ लगता है कि कुछ 6 महीने 8 महीने 10 महीने के अंदर जाके मार्केट दोबारा स्टैंड हो जाएगी दोबारा खड़ी हो जाएगी और ਤੁਹਾਨੂੰ अच्छा प्रॉफिट होएगा तो ਤੁਹਾਡਾ जो डिसीजन हैगा वो आने वाले टाइम फ्यूचर ਨੂੰ देखते हुए होना चाहिए ना कि ਤੁਸੀਂ करंट सिचुएशन देख के डिसीजन लो। ਹੁਣ ਜੋ ਮੇਰਾ ਅਗਲਾ ਸਟੈਪ ਹੈਗਾ ਇਹ ਮੇਰੀ ਤਰਫੋਂ ਇੱਕ ਆਖਰੀ ਸਟੈਪ ਹੈ ਜਿਹਦਾ ਤੁਸੀਂ ਧਿਆਨ ਰੱਖਣਾ ਹੈ। ਇਹ ਜੋ ਸਟੈਪ ਹੈਗਾ ਇਹਦਾ ਨਾਮ ਹੈਗਾ ਪੋਰਟਫੋਲੀਓ ਡਾਇਵਰਸਿਫਾਈਡ। ਪੋਰਟਫੋਲੀਓ ਡਾਇਵਰਸਿਫਾਈਡ ਦਾ ਮਤਲਬ ਹੈ ਕਿ ਤੁਸੀਂ ਅਗਰ ਇਨਵੈਸਟ ਕਰਨਾ ਚਾਹੁੰਦੇ ਹੋ ਤੁਸੀਂ ਇੱਕ ਇਨਵੈਸਟਰ ਹੈਗੇ ਹੋ ਤੇ ਖਾਲੀ ਤੁਸੀਂ ਕ੍ਰਿਪਟੋ ਦੇ ਅੰਦਰ ਇਨਵੈਸਟ ਨਾ ਕਰੋ। ਕ੍ਰਿਪਟੋ ਤੋਂ ਇਲਾਵਾ ਵੀ ਬੜੀ ਸਾਰੀ ਚੀਜ਼ਾਂ ਹੁੰਦੀਆਂ ਨੇ ਜਿਵੇਂ 골ਡ ਹੈਗਾ ਹੈ ਸਿਲਵਰ ਹੈਗਾ ਹੈ ਜਾਂ ਸਟਾਕ ਮਾਰਕੀਟ ਹੈਗੀ ਹੈ ਮਿਊਚੁਅਲ ਫੰਡਸ ਹੈਗੇ ਨੇ ਕਾਫੀ ਸਾਰੀ ਚੀਜ਼ਾਂ ਹੈਗੀਆਂ ਨੇ। ਅਗਰ ਤੁਸੀਂ ਕ੍ਰਿਪਟੋ ਕਰੰਸੀ ਦੀ ਮਾਰਕੀਟ ਨੂੰ ਲੈ ਕੇ ਡਰੇ ਹੋਏ ਹੋ ਤੇ ਬਾਕੀ ਜੋ ਮਾਰਕੀਟਸ ਹੈਗੀਆਂ ਤੁਸੀਂ ਉਹਦੇ ਅੰਦਰ ਵੀ ਇਨਵੈਸਟ ਕਰ ਸਕਦੇ ਹੋ ਤਾਂ ਕਿ ਜੋ ਤੁਹਾਡੀ ਇਨਵੈਸਟਿੰਗ ਦਾ ਜੋ ਪਲਾਨ ਸੀਗਾ ਤੇ ਉਹ ਟੋਟਲ ਲੋਸ 'ਚ ਨਾ ਚਲੇ ਜਾਏ ਅਗਰ ਕ੍ਰਿਪਟੋ ਮਾਰਕੀਟ ਜਿਹੜੀ ਹੈਗੀ ਹੈ ਉਹ ਕ੍ਰੈਸ਼ ਵੀ ਰਹਿੰਦੀ ਹੈ। मैं होप करदा ਤੁਹਾਨੂੰ ਮੇਰੀ ਜੋ ਵੀਡੀਓ ਹੈਗੀ ਹੈ ਅੱਛੀ ਲੱਗੀ ਹੋਏਗੀ ਔਰ ਤੁਹਾਨੂੰ ਸਟੈਪ ਕਲੀਅਰਲੀ ਸਮਝ ਆ ਗਏ ਹੋਣਗੇ ਕਿ ਕ੍ਰਿਪਟੋ ਮਾਰਕੀਟ ਜਦ ਕ੍ਰੈਸ਼ 'ਚ ਹੈਗੀ ਹੈ ਤੇ ਕੀ ਤੁਹਾਡੇ ਡੂਜ਼ ਔਰ ਡੋਂਟਸ ਹੈਗੇ ਨੇ ਮਤਲਬ ਤੁਸੀਂ ਕੀ ਕਰਨਾ ਹੈ ਔਰ ਕੀ ਨਹੀਂ ਕਰਨਾ ਹੈ। ਅਗਰ ਤੁਹਾਨੂੰ ਮੇਰੀ ਵੀਡੀਓ ਅੱਛੀ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਔਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਮਿਲਦੇ ਹਾਂ ਅਗਲੀ ਵੀਡੀਓ 'ਚ। ਥੈਂਕ ਯੂ ਫॉर ਵਾਚਿੰਗ।